परम सत्कारयोग सतगुरां दी साजी निवाजी गुरु रूप प्यारी साध संगत जी। अमृत वेला होया सतगुरां दी बख्शिश दे नाल गुरु दा जस करन दा सुनन दा सुभाग समा मिले। परमात्मा दे अकाल पुरख महाराजियां दे पवित्र बोलां नूं सुनिया है, गाया है, जतन कर रहे हैं कि जिथे सुनन दी अते गाउण दी जांच आई है उत्थे परमात्मा मनण दी जांच दी भी बख्शिश करे। किवें ना किवें यतन करके उस परमात्मा दे विच लीन हो जाइए। परमात्मा नूं मिलण दी तांघ हर एक प्राणी दे विच हुंदी है। ते नाल ही ਜਿਹੜੇ ਮਨੁੱਖ ਦੀਆਂ ਇੱਛਾਵਾਂ ਨੇ ਉਹਨਾਂ ਨੂੰ ਫਿਰ ਪਰਮਾਤਮਾ ਦੇ ਵਿੱਚ ਲੀਨ ਹੋਣ ਵਾਸਤੇ ਸਿਮਰਨ ਬੰਦਗੀ ਕਰਨਾ ਪੈਂਦਾ। ਸੰਸਾਰ ਦੇ ਵਿੱਚ ਇੱਕ ਜਾਣੇ ਨੂੰ ਇੱਕ ਮਿਲੇ ਤੇ ਉਹ ਦੋ ਜਾਣੇ ਬਣ ਜਾਂਦੇ ਨੇ। ਇੱਕ ਨੂੰ ਇੱਕ ਮਿਲਿਆ, ਦੋ ਜਾਣਿਆਂ ਦਾ ਮਿਲਾਪ ਹੋ ਗਿਆ, ਇਹ ਦੋ ਜਾਣੇ ਦੁੱਗਣੇ ਬਣ ਗਏ ਨੇ। ਪਰਮਾਤਮਾ ਦੇ ਘਰ ਦੇ ਵਿੱਚ ਇੱਕ ਜਾਣੇ ਦਾ ਜਦੋਂ ਮਿਲਾਪ ਪਰਮਾਤਮਾ ਦੇ ਨਾਲ ਹੁੰਦਾ ਹੈ ਤੇ ਉਹ ਦੋ ਜਾਣੇ ਨਹੀਂ, ਦੋ ਤੋਂ ਇੱਕ ਬਣ ਜਾਂਦੇ ਨੇ। ਦਵੈ ਤੇ ਰੂਪ ਦੋ ਤੋਂ ਇੱਕ ਜਾਣੇ ਬਣ ਜਾਂਦੇ ਨੇ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਰਵਿਦਾਸ ਭਗਤ ਜੀ। ਸੰਸਾਰ ਦਾ ਮਿਲਾਪ ਜਦੋਂ ਵੀ ਹੁੰਦਾ ਹੈ ਇੱਕ ਦੇ ਨਾਲ ਇੱਕ ਮਿਲ ਕੇ ਦੋ ਬਣਦੇ ਨੇ। ਨਿਰੰਕਾਰ ਦੇ ਨਾਲ ਜਦੋਂ ਮਨੁੱਖ ਦੀ ਆਤਮਾ ਦਾ ਮੇਲ ਹੁੰਦਾ ਹੈ ਇਹ ਪਰਮਾਤਮਾ ਦੇ ਵਿੱਚ ਲੀਨ ਹੋ ਕੇ ਇੱਕ ਤੋਂ ਦੋ ਨਹੀਂ ਬਣਦੇ, ਦੋ ਤੋਂ ਇੱਕ ਬਣ ਜਾਂਦੇ ਨੇ। ਇਹੋ ਹੀ ਕਾਰਨ ਹੈ ਸੰਸਾਰ ਦਾ ਅਤੇ ਨਿਰੰਕਾਰ ਦੇ ਘਰ ਦਾ ਨਿਆਰਾਪਣ। ਪਰ ਗਜਬ ਦੀ ਗੱਲ ਹੈ ਕਿ ਉਹ ਜਦੋਂ ਦੋ ਤੋਂ ਇੱਕ ਹੋ ਜਾਂਦੇ ਨੇ ਫਿਰ ਉਹਦਾ ਆਕਾਰ ਛੋਟਾ ਨਹੀਂ ਹੁੰਦਾ, ਵੱਡਾ ਹੋ ਜਾਂਦਾ ਹੈ। ਦੁਨੀਆਦਾਰੀ ਦੇ ਵਿੱਚ ਇੱਕ ਬੰਦੇ ਨੂੰ ਦੂਜਾ ਮਿਲਿਆ, ਕਹਿੰਦੇ ਹੁਣ ਦੋ ਜਾਣੇ ਹੋ ਗਏ। ਦੂਜੇ ਨੂੰ ਤੀਜਾ ਮਿਲ ਗਿਆ, ਕਹਿੰਦੇ ਤਿੰਨ ਜਾਣੇ ਹੋ ਗਏ। ਵਧੀ ਜਾਂਦੇ ਨੇ ਦਿਨੋਂ ਦਿਨ। ਪਰਮਾਤਮਾ ਦੇ ਘਰ ਦੇ ਵਿੱਚ ਜਦੋਂ ਕੋਈ ਮਨੁੱਖ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਫਿਰ ਉਹਦਾ ਨਾਮ ਬੜਾ ਵੱਡਾ ਬਣ ਜਾਂਦਾ ਹੈ। ਕਿਵੇਂ ਬਣਦਾ ਹੈ? ਸਾਡੇ ਕੋਲ ਇੱਕ ਗਲਾਸ ਪਾਣੀ ਦਾ ਹੋਵੇ
ਉਹ ਤੇ ਸਿਰਫ ਇੱਕ ਗਲਾਸ ਹੈ, ਪਰ ਜੇ ਉਸੇ ਗਲਾਸ ਦੇ ਪਾਣੀ ਨੂੰ ਅਸੀਂ ਸਮੁੰਦਰ ਦੇ ਵਿੱਚ ਡੋਲ ਦਈਏ, ਉਹ ਗਲਾਸ ਦਾ ਪਾਣੀ ਦੇਖਣ ਦੇ ਵਿੱਚ ਲੱਗਦਾ ਕਿ ਖਤਮ ਹੋ ਗਿਆ, ਪਰ ਉਹ ਖਤਮ ਨਹੀਂ ਹੋਇਆ, ਉਹ ਤਾਂ ਸਮੁੰਦਰ ਦਾ ਰੂਪ ਬਣ ਗਿਆ। ਮਨੁੱਖਤਾ ਦੀ ਜ਼ਿੰਦਗੀ ਜਿਹੜੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ ਉਹ ਖਤਮ ਨਹੀਂ ਹੁੰਦੇ, ਉਹਨਾਂ ਦਾ ਤੇ ਰੂਪ ਜਿਹੜਾ ਹੈ ਬਹੁਤ ਵੱਡਾ ਬਣ ਜਾਂਦਾ ਹੈ, ਨਾਮ ਉਹਨਾਂ ਦਾ ਬਹੁਤ ਵੱਡਾ ਬਣ ਜਾਂਦਾ ਹੈ, ਜਿਹੜੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ। ਪਹਿਲੇ ਤੇ ਛੋਟਾ ਸੀ ਨਾਮ, ਹੁਣ ਤੇ ਬੜਾ ਵੱਡਾ ਨਾਮ ਬਣ ਗਿਆ। ਸਮੁੰਦਰ ਇੱਕ ਗਲਾਸ ਪਾਣੀ ਦਾ, ਪਹਿਲੇ ਗਲਾਸ ਪਾਣੀ ਦਾ ਕਹਿਲਾਉਂਦਾ ਸੀ, ਹੁਣ ਆਪਣੇ ਆਪ ਨੂੰ ਸਮੁੰਦਰ ਅਖਵਾਉਂਦਾ ਹੈ। ਜਿਹੜਾ ਮਨੁੱਖ ਆਪਣੇ ਆਪ ਨੂੰ ਮਨੁੱਖ ਅਖਵਾਉਂਦਾ ਹੈ, ਅਗਰਵਾਈਜ਼ ਜੇ ਉਹ ਸਿਮਰਨ ਬੰਦਗੀ ਕਰਕੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਤੇ ਪਰਮਾਤਮਾ ਉਸ ਨੂੰ ਆਪਣਾ ਹੀ ਰੂਪ ਦੇ ਦਿੰਦੇ ਨੇ। ਸੰਸਾਰ ਦੇ ਵਿੱਚ ਇੱਕ ਨੂੰ ਇੱਕ ਮਿਲੇ ਦੋ ਬਣਦੇ ਨੇ, ਨਿਰੰਕਾਰ ਦੇ ਘਰ ਦੇ ਵਿੱਚ ਇੱਕ ਨੂੰ ਇੱਕ ਮਿਲੇ ਇੱਕ ਬਣਦੇ ਨੇ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਤੈਨੂੰ ਸਭ ਕੁਛ ਗੁਨਾਹ ਕਰਕੇ ਤੈਨੂੰ ਪ੍ਰਾਪਤੀ ਹੋਣੀ ਹੈ, ਗੁਣ ਤੇਰੇ ਵਿੱਚ ਹੋਵਨ। ਨਿਰੰਕਾਰੀ ਗੁਣ ਨੇ, ਪਰ ਇਹ ਗੁਣ ਤੇ ਅਵਗੁਣ ਨੇ ਜਿਹੜੇ, ਇਹ ਦੋਨੇ ਹੀ ਚੀਜ਼ਾਂ ਪਰਮਾਤਮਾ ਨੇ ਆਪ ਪੈਦਾ ਕੀਤੀਆਂ ਹੋਈਆਂ ਨੇ। ਇਹ ਗੁਣ ਵੀ ਤੇ ਅਵਗੁਣ ਵੀ, ਤ੍ਰੈ ਗੁਣ ਅਵਗੁਣ ਮਹਿ ਤਿਸ ਬਿਨ ਅਵਰ ਨਾ ਕੋਈ। ਗੁਣ ਤੇ ਅਵਗੁਣ ਤੋਂ ਬਿਨਾਂ ਸੰਸਾਰ ਨਹੀਂ ਹੈ। ਅਵਗੁਣ ਵੀ ਕਿਸ ਨੇ ਪੈਦਾ ਕੀਤੇ ਨੇ ਤੇ ਗੁਣ ਵੀ। ਗੁਣ ਅਵਗੁਣ ਸਮਾਨ ਹੈ ਜੇ ਆਪ ਕੀਤੇ ਕਰਤਾਰ। ਅਵਗੁਣ ਪੈਦਾ ਕਰਨ ਦੀ ਲੋੜ ਕਿਉਂ ਪੈਗੀ? ਅਵਗੁਣਾਂ ਤੋਂ ਇਸੇ ਕਰਕੇ ਲੋੜ ਪੈਗੀ ਕਿ ਅਵਗੁਣਾਂ ਦੇ ਕਾਰਨ ਕਰਕੇ ਹੀ ਗੁਣਾਂ ਦਾ ਪਤਾ ਚੱਲਣਾ ਸੀ। ਜੇ ਹਨੇਰਾ ਹੀ ਨਾ ਹੁੰਦਾ ਤੇ ਚਾਨਣੇ ਦੀ ਕੀ ਕਦਰ ਸੀ? ਰਾਤ ਦਾ ਅੰਧਕਾਰ ਨਾ ਹੁੰਦਾ ਤੇ ਸੂਰਜ ਨੂੰ ਕਿਹਨੇ ਪੂਜਣਾ ਸੀ, ਕਿਹਨੇ ਉਡੀਕਣਾ ਸੀ? ਚਾਨਣਾ ਕਿਸ ਨੂੰ ਕਹਿੰਦੇ ਜੇ ਅੰਧਕਾਰ ਹੀ ਨਾ ਹੁੰਦਾ? ਅਵਗੁਣ ਵੀ ਪਰਮਾਤਮਾ ਨੇ ਪੈਦਾ ਕੀਤੇ ਨੇ ਤੇ ਗੁਣ ਵੀ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਬਿਖ ਨਾਮ ਜ਼ਹਿਰ ਦਾ, ਅੰਮ੍ਰਿਤ ਬਿਖ ਅੰਮ੍ਰਿਤ ਕਰਤਾਰ ਉਪਾਏ, ਇਹ ਵੀ ਪੈਦਾ ਕੀਤੇ ਹੋਏ ਨੇ। ਬਿਖ ਦੀ ਜ਼ਹਿਰ ਦੀ ਕੀ ਲੋੜ ਪਏਗੀ? ਕਿਉਂਕਿ ਜ਼ਹਿਰ ਦੇ ਕਾਰਨ ਕਰਕੇ ਪਤਾ ਲੱਗਣਾ ਸੀ ਕਿ ਅੰਮ੍ਰਿਤ ਕੀ ਹੈ। ਹਵਾਲਾ ਤੇ ਜ਼ਹਿਰ ਦੇ ਦੇਣਾ ਪੈਂਦਾ। ਸੰਸਾਰ ਬਿਰਖ ਕੋ ਦੋਏ ਫਲ ਲਾਏ। ਬਸ ਇਹ ਇੱਥੇ ਆ ਕੇ ਗੱਲ ਰੁਕ ਜਾਂਦੀ ਹੈ ਕਿ ਜਿੱਥੇ ਪ੍ਰੇਮ ਹੈ ਉੱਥੇ ਇਹਨਾਂ ਵਸਤੂਆਂ ਦਾ ਮਨੁੱਖ ਨੂੰ ਪਤਾ ਲੱਗ ਜਾਂਦਾ ਹੈ, ਗੁਰਬਾਣੀ ਦਾ। ਜਿੱਥੇ ਅਕਲ ਹੈਗੀ ਉੱਥੇ ਨਹੀਂ ਪਤਾ ਲੱਗਦਾ। ਅਕਲ ਤੇ ਪ੍ਰੇਮ,
ਇਹਨਾਂ ਦੋਨਾਂ ਦਾ ਆਪਸ ਵਿੱਚ ਦੀ ਕੋਈ ਸੰਬੰਧ ਨਹੀਂ ਹੈ। ਦੇਖੋ ਕਿਸੇ ਕਵੀ ਨੇ ਲਿਖਿਆ, ਅਕਲ ਕਹਿੰਦੀ ਮੈਂ ਸਭ ਤੋਂ ਉੱਚੀ ਵਿੱਚ ਕਚਹਿਰੀਆਂ ਲੜਦੀ, ਇਲਮ ਕਹਿੰਦਾ ਮੈਂ ਸਭ ਤੋਂ ਉੱਚਾ ਖਬਰ ਰੱਖਾਂ ਪਲ ਪਲ ਦੀ, ਹੁਕਮ ਕਹਿੰਦਾ ਮੈਂ ਸਭ ਤੋਂ ਉੱਚਾ ਮੇਰਾ ਦੁਨੀਆ ਪਾਣੀ ਭਰਦੀ, ਹੋਣੀ ਕਹਿੰਦੀ ਤੁਸੀਂ ਸਾਰੇ ਝੂਠੇ ਮੈਂ ਜੋ ਚਾਹਾਂ ਸੋ ਕਰ ਧਰਦੀ। ਸਭ ਤੋਂ ਉੱਚੀ ਅਕਲ ਕਹਿੰਦੀ ਮੈਂ। ਕਚਹਿਰੀਆਂ ਦੇ ਵਿੱਚ ਅਕਲ ਕਰਕੇ ਹੀ ਲੜਿਆ ਜਾਂਦਾ, ਬਿਨਾਂ ਅਕਲ ਤੋਂ ਥੋੜ੍ਹਾ ਲੜਿਆ ਜਾਂਦਾ। ਅਕਲ ਵੀ ਇੱਕ ਮੋਟੀ ਅਕਲ ਦਾ ਮਨੁੱਖ ਹੁੰਦਾ ਹੈ, ਇੱਕ ਬਰੀਕ ਅਕਲ ਦਾ ਮਨੁੱਖ ਹੁੰਦਾ ਹੈ, ਕਿਉਂਕਿ ਸੰਸਾਰ ਹਮੇਸ਼ਾ ਹੀ ਦੋ ਰੰਗਾਂ ਤੋਂ ਸਾਜਿਆ ਹੋਇਆ ਹੈ। ਇਲਮ ਕਹਿੰਦਾ ਮੈਂ ਸਭ ਤੋਂ ਉੱਚਾ ਖਬਰ ਰੱਖਾਂ ਪਲ ਪਲ ਦੀ। ਇਲਮ ਪਲ ਪਲ ਦੀ ਖਬਰ ਮਨੁੱਖ ਕੀ ਕਰਦਾ ਹੈ। ਹੁਕਮ ਕਹਿੰਦਾ ਮੈਂ ਸਭ ਤੋਂ ਉੱਚਾ ਮੇਰਾ ਦੁਨੀਆ ਪਾਣੀ ਭਰਦੀ। ਜਿਹੜਾ ਹੁਕਮ ਹੈ ਨਾ, ਇਹ ਕਹਿੰਦਾ ਮੈਂ ਸਾਰੀ ਦੁਨੀਆ ਦੇ ਵਿੱਚੋਂ ਉੱਚਾ, ਕਿਉਂਕਿ ਜਿੱਥੇ ਮੈਂ ਲਾਗੂ ਹੋ ਜਾਣਾ ਮੇਰਾ ਦੁਨੀਆ ਪਾਣੀ ਭਰਦੀ ਹੈ। ਹੋਣੀ ਕਹਿੰਦੇ ਤੁਸੀਂ ਸਾਰੇ ਝੂਠੇ, ਜਿੰਨੇ ਵੀ ਤੁਸੀਂ ਆਪੋ ਆਪਣੀਆਂ ਬਾਤਾਂ ਕਰਦੇ ਹੋ ਨਾ, ਤੁਸੀਂ ਸਾਰੇ ਦੇ ਸਾਰੇ ਝੂਠੇ ਹੋ। ਜੋ ਚਾਹਾਂ ਸੋ ਕਰ ਧਰਦੀ, ਜੋ ਕੁਛ ਮੈਂ ਕਰਨਾ ਹੋਵੇ ਮੈਂ ਕਰ ਦਿੰਦੀ ਹੈ। ਜੋ ਚਾਹਾਂ ਸੋ ਕਰ ਧਰਦੀ। ਸਾਰੇ ਦੇਵੀ ਦੇਵਤੇ ਰਲ ਕੇ ਇੱਕ ਛੋਟੇ ਜਿਹੇ ਪੰਡਤਾਂ ਦੇ ਪੁੱਤਰ ਦੀ ਉਮਰ ਵਧਾਉਣ ਵਾਸਤੇ ਆਪਣੇ ਸਿਰਮੌਰ ਬ੍ਰਹਮਾ ਜੀ ਕੋਲ ਪਹੁੰਚੇ ਨੇ। ਇਕੱਠੇ ਹੋ ਗਏ, ਚਲੋ ਕਹਿੰਦੇ ਇਹਦੀ ਵਿਦਵਾਨ ਬੜਾ, ਇਹਦੀ ਉਮਰ ਵਧਾ ਕੇ ਲੈ ਕੇ ਆਉਂਦੇ ਆ। ਸਾਰੇ ਇਕੱਠੇ ਹੋ ਕੇ ਜਦੋਂ ਹੋਣੀ ਦੇ ਸਾਹਮਣੇ ਹੋਏ, ਉਹ ਬੱਚੇ ਨੂੰ ਵੀ ਨਾਲ ਲੈ ਗਏ। ਸਾਹਮਣੇ ਹੋਏ ਤੇ ਉਹ ਬੱਚਾ ਸੀ ਜਿਹੜਾ ਚੜ੍ਹਾਈ ਕਰ ਗਿਆ। ਸਾਰੇ ਦੇਵਤੇ ਕਹਿਣ ਲੱਗੇ ਹੋਣੀ, ਅਸੀਂ ਤੇ ਇਹਦੀ ਉਮਰ ਵਧਾਉਣ ਵਾਸਤੇ ਆਏ ਸੀਗੇ ਤੁਹਾਡੇ ਕੋਲੇ ਕਿ ਇਹਦੀ ਬੱਚੇ ਦੀ ਉਮਰ ਵਧਾ ਦਿਓ। ਹੋਰ ਚੰਗਾ ਵਿਦਵਾਨ ਹੈ, ਕਥਾ ਵਾਰਤਾ ਕਰਦਾ ਹੈ, ਸੂਝਵਾਨ ਹੈ। ਉਹ ਕਹਿੰਦੇ ਇਸੇ ਨੂੰ ਤਾਂ ਹੋਣੀ ਕਹਿੰਦੇ ਨੇ। ਜਿੰਨਾ ਚਿਰ ਤੁਸੀਂ ਸਾਰਿਆਂ ਨੇ ਇੱਕ ਜਗ੍ਹਾ 'ਤੇ ਇਕੱਠੇ ਨਹੀਂ ਹੋਣਾ ਸੀ, ਉਹਨਾਂ ਟਾਈਮ ਇਹ ਬੱਚੇ ਦੀ ਮੌਤ ਹੀ ਨਹੀਂ ਹੋਣੀ ਸੀ। ਹੋਣੀ ਇਸੇ ਨੂੰ ਕਹਿੰਦੇ ਨੇ। ਹੋਣੀ ਕਹਿੰਦੇ ਤੁਸੀਂ ਸਾਰੇ ਝੂਠੇ ਮੈਂ ਜੋ ਚਾਹਾਂ ਸੋ ਕਰ ਧਰਦੀ। ਤੇ ਹੁਣ ਤੇ ਮਨੁੱਖ ਅਕਲ ਕਰਕੇ ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਪਰ ਜਿੱਥੇ ਮਨੁੱਖ ਦੀ ਆਪਣੀ ਅਕਲ ਹੈ ਉੱਥੇ ਪ੍ਰੇਮ ਨਹੀਂ ਹੈ, ਕਿਉਂਕਿ ਅਕਲ ਦਾ ਤੇ ਪ੍ਰੇਮ ਦਾ ਤੇ ਆਪਸ ਵਿੱਚ ਦੀ ਸੰਬੰਧ ਕੋਈ ਨਹੀਂ ਹੈ। ਅਕਲ ਵੀ ਇਹ ਡੇਢ ਅਕਲ ਮੰਨੀ ਗਈ ਹੈ ਸੰਸਾਰ ਦੇ ਵਿੱਚ। ਵਿਚਾਰ ਸਾਗਰ ਗ੍ਰੰਥ ਆਪ ਜੀ ਨੇ ਕਦੇ ਪੜ੍ਹਿਆ ਹੋਣਾ। ਉਹਦੇ ਵਿੱਚ ਡੇਢ ਅਕਲ ਲਿਖੀ ਹੋਈ ਹੈ ਕਿ ਸੰਸਾਰ ਦੇ ਵਿੱਚ ਡੇਢ ਅਕਲ ਚੱਲੂਗੀ। ਉਹ ਕਿਵੇਂ ਚੱਲੂਗੀ? ਇੱਕ ਤਾਂ ਮੰਨ ਲੈਂਦੇ, ਦੋ ਵੀ ਮੰਨੀ ਜਾ ਸਕਦੀ ਸੀ, ਪਰ ਇਹ ਡੇਢ ਅਕਲ ਕਿਵੇਂ ਮੰਨੀ ਜਾਊਗੀ? ਕਿਸ ਨੂੰ ਕਹਿੰਦੇ ਨੇ ਡੇਢ ਅਕਲ? ਡੇਢ ਅਕਲ ਕਹਿੰਦੇ ਨੇ ਜਦੋਂ ਕੋਈ ਵੀ ਮਨੁੱਖ ਦੂਜੇ ਨੂੰ ਅਕਲ ਦੇਵੇਗਾ ਤੇ ਉਸ ਨੂੰ ਉਹ ਅਧੂਰਾ ਸਮਝੇਗਾ। ਇੱਕ ਨੇ ਅਕਲ ਦੂਜੇ ਨੂੰ ਦੇਣੀ ਹੈ
ਤੇ ਦੂਜੇ ਮਨੁੱਖ ਨੂੰ ਉਹ ਅਧੂਰਾ ਸਮਝੇਗਾ। ਇਹਨੂੰ ਕਹਿੰਦੇ ਨੇ ਡੇਢ ਅਕਲ। ਆਪਣੇ ਆਪ ਨੂੰ ਅਕਲ ਵਾਲਾ ਸਮਝਣਾ ਤੇ ਦੂਜੇ ਨੂੰ ਅਧੂਰੀ ਅਕਲ ਵਾਲਾ ਸਮਝਣਾ। ਜਦੋਂ ਕੋਈ ਵੀ ਮਨੁੱਖ ਕਿਸੇ ਨੂੰ ਗੱਲ ਕਿਹਾ ਕਰੂਗਾ, ਵਿਚਾਰ ਸਾਗਰ ਦੇ ਵਿੱਚ ਹੈ ਕਿ ਇਹ ਡੇਢ ਅਕਲ 'ਤੇ ਮਨੁੱਖ ਖੜਾ ਹੋਇਆ ਕਰੂਗਾ। ਆਪਣੇ ਆਪ ਨੂੰ ਵੱਡਾ ਸਮਝਿਆ ਕਰੂਗਾ ਤੇ ਦੂਜੇ ਨੂੰ ਅਧੂਰਾ ਸਮਝਿਆ ਕਰੂਗਾ। ਇਹਨੂੰ ਡੇਢ ਅਕਲ ਬੋਲਦੇ ਨੇ। ਤੇ ਸੰਸਾਰ ਦੇ ਵਿੱਚ ਇਹ ਡੇਢ ਅਕਲ ਹੀ ਚੱਲਦੀ ਹੈ, ਹੋਰ ਕੀ। ਅਕਲ ਬਰੀਕ ਵੀ ਹੈ ਤੇ ਅਕਲ ਮੋਟੀ ਵੀ ਹੈ। ਅਕਲ ਦਾ ਅਤੇ ਪ੍ਰੇਮ ਦਾ ਆਪਸ ਵਿੱਚ ਦੀ ਕੋਈ ਸੰਬੰਧ ਨਹੀਂ ਹੈ। ਜਿੱਥੇ ਅਕਲ ਹੈ ਉੱਥੇ ਪ੍ਰੇਮ ਨਹੀਂ। ਜਿੱਥੇ ਪ੍ਰੇਮ ਆ ਗਿਆ ਉੱਥੇ ਅਕਲ ਬਿਲਕੁਲ ਆਪਣੀ ਖਤਮ ਹੋ ਜਾਂਦੀ ਹੈ। ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਕੁਛ ਵੀ ਨਹੀਂ ਰਿਹਾ ਮੇਰਾ ਤਾਂ। ਜਿਹੜੀ ਮੇਰੀ ਅਕਲ ਸੀ ਸਭ ਦੀ ਸਭ ਖੋ ਗਈ ਹੈ। ਜਿੰਨਾ ਕੁਛ ਮੇਰੇ ਕੋਲ ਸੀ ਸਭ ਦਾ ਸਭ ਖੋ ਗਿਆ। ਹੁਣ ਤੇ ਪਰਮਾਤਮਾ ਕੇਵਲ ਤੇ ਕੇਵਲ ਤੂੰ ਹੀ ਹੈ, ਹੋਰ ਕੁਛ ਵੀ ਨਹੀਂ ਹੈ। ਹੁਣ ਤੇ ਕੇਵਲ ਤੁਸੀਂ ਰਹਿ ਗਏ ਹੋ। ਹੁਣ ਨਹੀਂ, ਜਿੱਥੇ ਇਹ ਗੱਲ ਆ ਜੇ ਉੱਥੇ ਆ ਜਾਂਦਾ ਹੈ ਪ੍ਰੇਮ। ਤੇ ਪ੍ਰੇਮ ਜਦੋਂ ਆਉਂਦਾ ਅਕਲ ਖਤਮ ਹੋ ਜਾਂਦੀ ਹੈ। ਜਿੰਨਾ ਟਾਈਮ ਮਨੁੱਖ ਅਕਲ ਕਰਕੇ ਆਪਣੇ ਆਪ ਜਾਉਂਦਾ ਹੈ ਉਹਨਾਂ ਟਾਈਮ ਉਹਦੇ ਕੋਲ ਪ੍ਰੇਮ ਨਹੀਂ ਆਊਗਾ। ਆ ਡੇਢ ਅਕਲ ਵਾਰੀ ਸਾਰੀ ਦੁਨੀਆ ਫਿਰਦੀ ਹੈ। ਬਹੁਤ ਸਾਰੀ ਦੁਨੀਆ ਜਿਹੜੀ ਡੇਢ ਅਕਲ ਦੇ ਸੰਬੰਧ ਤੇ ਚੱਲਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕਰਕੇ ਪਰਮਾਤਮਾ ਨੂੰ ਪਾਉਣਾ ਹੈ, ਅਕਲ ਕਰਕੇ ਕੋਈ ਪਰਮਾਤਮਾ ਨੂੰ ਨਹੀਂ ਪਾ ਸਕਦਾ। ਅੱਜ ਤੱਕ ਕਿਹਨੇ ਆਪਣੀ ਅਕਲ ਕਰਕੇ ਪਰਮਾਤਮਾ ਨੂੰ ਪਾਇਆ? ਇਹ ਡੇਢ ਅਕਲ ਸੰਸਾਰ ਦੇ ਵਿੱਚ ਮੰਨੀ ਗਈ। ਤੇ ਅਕਲ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਮਨੁੱਖ ਆਪਣੇ ਆਪ ਨੂੰ ਵੱਡਾ ਸਮਝਦਾ ਰਹਿੰਦਾ ਹੈ, ਪਰ ਜਿਸ ਦਿਨ ਇਹ ਪਰਮਾਤਮਾ ਦੇ ਵਿੱਚ ਲੀਨ ਹੁੰਦਾ ਉਸੇ ਦਿਨ ਇਹਦੀ ਅਕਲ ਖਤਮ ਹੋ ਜਾਂਦੀ ਹੈ। ਕੇਵਲ ਕੱਲਾ ਪ੍ਰੇਮ ਆ ਜਾਂਦਾ ਹੈ। ਕੱਲੇ ਪ੍ਰੇਮ ਦੇ ਸ਼ਬਦ ਹੀ ਬੋਲਦੇ ਨੇ। ਸਤਿਗੁਰਾਂ ਦੀ ਗੁਰਬਾਣੀ ਨੂੰ ਪੜ੍ਹਨ ਵਾਲੇ, ਸੁਣਨ ਵਾਲੇ, ਮੰਨਣ ਵਾਲੇ, ਗੁਰੂ ਸਾਹਿਬ ਜੀ ਮਹਾਰਾਜ ਨੂੰ ਨਮਸਕਾਰ ਕਰਨ ਵਾਲੇ ਇਹ ਸਿਰਫ ਤੇ ਸਿਰਫ ਪ੍ਰੇਮ ਦੇ ਸ਼ਬਦ ਹੀ ਬੋਲਦੇ ਨੇ। ਅਗਰਵਾਈਜ਼ ਜੇ ਇਹ ਪ੍ਰੇਮ ਦੇ ਸ਼ਬਦ ਨਹੀਂ ਬੋਲਦੇ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਕੇਵਲ ਪ੍ਰੇਮ ਭਰੇ, ਪਿਆਰ ਭਰੇ ਸ਼ਬਦ ਹੀ ਬੋਲਦੇ ਹਨ। ਜੇ ਮਨੁੱਖ ਬਾਣੀ ਪੜ੍ਹਦਾ, ਬਾਣੀ ਨੂੰ ਸੁਣਦਾ, ਬਾਣੀ ਦੇ ਨਾਲ ਜੁੜਿਆ ਹੋਇਆ ਹਜੇ ਤੱਕ ਆਪਣੀ ਜ਼ੁਬਾਨ ਦੇ ਵਿੱਚੋਂ ਮਿੱਠੜੇ ਪਿਆਰੇ ਪ੍ਰੇਮ ਵਾਲੇ ਬੋਲਣ ਨਹੀਂ ਸਿੱਖਿਆ ਤਾਂ ਸਮਝ ਲੈਣਾ ਕਿ ਹਜੇ ਤੱਕ ਗੁਰਬਾਣੀ ਦੇ ਨਾਲ ਤੇਰਾ ਕੋਈ ਸੰਬੰਧ ਨਹੀਂ ਜੁੜਿਆ। ਗੁਰਬਾਣੀ ਬੋਲਦੀ ਹੈ ਮਿੱਠੜੇ ਬੋਲ, ਤੂੰ ਬੋਲਦਾ ਹੈ ਕੁੜੱਤਣ ਭਰੇ ਬੋਲ, ਸੰਬੰਧ ਕਿਵੇਂ ਜੁੜੇਗਾ? ਗੁਰਬਾਣੀ ਨੇ ਪ੍ਰੇਮ ਭਰੇ ਸ਼ਬਦ ਬੋਲਣੇ ਨੇ, ਤੂੰ ਬੜੇ ਕੁੜੱਤਣ ਭਰੇ ਸ਼ਬਦ ਸੰਸਾਰ ਦੇ ਵਿੱਚ ਬੋਲਦਾ ਹੈ। ਸੰਬੰਧ ਤੇ ਹਜੇ ਜੁੜਿਆ ਨਹੀਂ ਹੈ। ਪ੍ਰੇਮ ਅਤੇ ਅਕਲ, ਜਿੱਥੇ ਅਕਲ ਹੈ ਉੱਥੇ ਪ੍ਰੇਮ ਨਹੀਂ, ਜਿੱਥੇ ਪ੍ਰੇਮ ਹੈ ਉੱਥੇ ਅਕਲ ਜਿਹੜੀ ਹੈ ਇਹ ਖਤਮ ਹੋ ਜਾਂਦੀ ਹੈ। ਮਨੁੱਖ ਸਿਮਰਨ ਬੰਦਗੀ ਕਰਦਾ ਸੰਸਾਰ ਦੇ ਵਿੱਚ ਮਿਲਾਪ ਹੁੰਦਾ ਤੇ ਇੱਕ ਜਾਣੇ ਤੋਂ ਦੋ ਜਾਣੇ ਬਣ ਜਾਂਦੇ ਨੇ, ਪਰ ਜਦੋਂ ਪਰਮਾਤਮਾ ਦੇ ਨਾਲ ਬੰਦੇ ਦਾ ਮਿਲਾਪ ਹੁੰਦਾ ਹੈ ਦੋ ਜਾਣਿਆਂ ਤੋਂ ਇੱਕ ਬਣ ਜਾਂਦੇ ਨੇ। ਇੱਕ ਬਣ ਕੇ ਫਿਰ ਉਹ ਘਟਦੇ ਨਹੀਂ ਹੈ, ਇੱਕ ਬਣ ਕੇ ਘਟਦੇ ਨਹੀਂ ਹੈ। ਪਹਿਲਾਂ ਤਾਂ ਸੀ ਇੱਕ ਛੋਟਾ ਨਾਮ, ਪਰ ਹੁਣ ਇਹ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ। ਹੁਣ ਇਹ ਸਾਗਰ ਦਾ ਰੂਪ ਬਣ ਗਿਆ। ਗਲਾਸ ਪਾਣੀ ਦਾ ਸੀ, ਸਾਗਰ ਦੇ ਵਿੱਚ ਪੈ ਕੇ ਘਟਿਆ ਨਹੀਂ, ਉਹ ਤੇ ਸਾਗਰ ਹੀ ਬਣ ਗਿਆ। ਜਿੱਥੇ ਦੂਜੇ ਪਾਣੀ ਨੂੰ ਸਾਗਰ ਆਖਿਆ ਜਾਵੇਗਾ ਹੁਣ ਇਹ ਵੀ ਸਾਗਰ ਦਾ ਰੂਪ ਬਣ ਗਿਆ।
ਪਰਮਾਤਮਾ ਦੇ ਵਿੱਚ ਲੀਨ ਹੋ ਕੇ ਬੰਦਾ ਘਟਦਾ ਨਹੀਂ ਹੈ, ਵੱਧਦਾ ਹੈ, ਉਸ ਦਾ ਨਾਮ ਵੱਡਾ ਹੁੰਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀ ਅਕਾਲ ਪੁਰਖ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਕਿ ਜਿਹੜੇ ਤੂੰ ਜਿੰਨੇ ਯਤਨ ਕਰਨੇ ਨੇ ਉਹ ਯਤਨ ਕਰ ਕਿ ਤੇਰਾ ਆਪਾਪਣ ਹੈ ਜਿਹੜਾ ਇਹ ਮਿਟ ਜਾਵੇ। ਆਪਾਪਣ ਮਿਟੇ ਬਿਨਾਂ ਤੂੰ ਪਰਮਾਤਮਾ ਦੇ ਵਿੱਚ ਲੀਨ ਨਹੀਂ ਹੁੰਦਾ, ਅਤੇ ਜਦੋਂ ਤੇਰਾ ਆਪਾਪਣ ਮਿਟ ਗਿਆ ਤੇ ਫਿਰ ਤੂੰ ਪਰਮਾਤਮਾ ਦੇ ਵਿੱਚ ਲੀਨ ਹੋ ਜਾਵੇਗਾ। ਅਤੇ ਪਰਮਾਤਮਾ ਦੇ ਵਿੱਚ ਲੀਨ ਹੋ ਕੇ ਤੂੰ ਕਦੇ ਘਟੇਗਾ ਨਹੀਂ, ਉਸ 'ਤੇ ਤੂੰ ਵਧੇਗਾ। ਅਤੇ ਵਧੇ ਹੋਏ ਮਨੁੱਖ ਦਾ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਨਾਮ ਸਦਾ ਵਾਸਤੇ ਚੱਲਦਾ ਰਹਿੰਦਾ। ਇਹ ਪਰਮਾਤਮਾ ਦਾ ਹੁਕਮ ਹੈ ਜਿਹੜਾ, ਜਿਹੜੇ ਪਰਮਾਤਮਾ ਦੇ ਹੁਕਮ ਨੂੰ ਮੰਨ ਲੈਂਦੇ ਨੇ, ਇਹ ਉਹਨਾਂ ਦੀਆਂ ਬਾਤਾਂ ਨੇ। ਅਤੇ ਪਰਮਾਤਮਾ ਤੋਂ ਅਨੇਕਾਂ ਤਰ੍ਹਾਂ ਦੇ ਆਸ਼ੀਰਵਾਦ ਉਹ ਜ਼ਿੰਦਗੀਆਂ ਜਿਹੜੀਆਂ ਪ੍ਰਾਪਤ ਕਰ ਲੈਂਦੀਆਂ ਨੇ, ਕਿਉਂਕਿ ਸਮਰੱਥ ਗੁਰੂ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ। ਸਮਰੱਥ ਗੁਰੂ ਤੋਂ ਫਿਰ ਅਨੇਕਾਂ ਤਰ੍ਹਾਂ ਦੇ ਵਰ ਜਿਹੜੇ ਹੈ ਉਹ ਮਨੁੱਖ ਪ੍ਰਾਪਤ ਕਰਦਾ ਹੈ। ਵਰ ਗੁਰੂ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਹੁਕਮ ਕਰਦੇ ਨੇ। ਜਿੰਨੇ ਅਕਾਲ ਪੁਰਖ ਮਹਾਰਾਜੀਆਂ ਦੀ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਾਡੇ ਵਾਸਤੇ ਹੁਕਮ ਨੇ, ਅਤੇ ਹੁਕਮ ਲੈ ਕੇ ਮਨੁੱਖ ਕਈ ਵਾਰੀ ਆਪਣੇ ਆਪ ਨੂੰ ਜ਼ਿਆਦਾ ਅਕਲਮੰਦ ਸਮਝਣ ਲੱਗ ਜਾਂਦਾ ਹੈ, ਪਰ ਪਰਮਾਤਮਾ ਅਥਾਹ ਸਮੁੰਦਰ ਸਾਗਰ ਹੈ। ਲੁਕਮਾਨ ਹਕੀਮ ਨੇ ਪਰਮਾਤਮਾ ਦੀ ਬੰਦਗੀ ਕੀਤੀ। ਬੰਦਗੀ ਕਰਦਿਆਂ ਕਰਦਿਆਂ ਲੁਕਮਾਨ ਹਕੀਮ ਉਹਨੇ ਇੱਕ ਵਰ ਪ੍ਰਾਪਤ ਕਰ ਲਿਆ ਪਰਮਾਤਮਾ ਤੋਂ ਕਿ ਐ ਮੇਰੇ ਖੁਦਾ ਅੱਲਾਹ ਤਾਲਾ ਮੈਨੂੰ ਇੱਕ ਵਚਨ ਦੇ ਕਿ ਜਿਹਨੂੰ ਮੈਂ ਦਵਾਈ ਦੇ ਦਿਆ ਕਰਾਂ ਉਹ ਮਨੁੱਖ ਦੀ ਮੌਤ ਨਾ ਹੋਵੇ, ਉਸ ਮਨੁੱਖ ਦੀ ਮੌਤ ਨਾ ਹੋਵੇ। ਪਰਮਾਤਮਾ ਕਹਿੰਦੇ ਠੀਕ ਹੈ, ਚਲੋ ਹੁਣ ਤੂੰ ਜਪ ਤਪ ਕੀਤਾ, ਜਿਹੜਾ ਕੁਛ ਤੂੰ ਮੰਗਦਾ ਤੈਨੂੰ ਦੇਣਾ ਪੈਣਾ। ਪਰਮਾਤਮਾ ਕਹਿੰਦੇ, ਖੁਦਾ ਕਹਿੰਦੇ ਠੀਕ ਹੈ ਲੁਕਮਾਨ ਹਕੀਮ, ਤੂੰ ਜਿਹਨੂੰ ਵੀ ਦਵਾਈ ਦਿਆ ਕਰੇਗਾ ਬਿਮਾਰ ਬੰਦੇ ਨੂੰ ਉਹਦੀ ਮੌਤ ਨਹੀਂ ਹੋਇਆ ਕਰੇਗੀ। ਪਰਮਾਤਮਾ ਤੋਂ ਹੁਕਮ ਪਾ ਲਿਆ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਸੀ ਜਦੋਂ ਕਿਸੇ ਦੇ ਕੋਈ ਤਕਲੀਫ ਹੁੰਦੀ ਸੀ, ਉਦੋਂ ਜਿਹੜੇ ਸੀ ਸਭ ਤੋਂ ਪਹਿਲਾਂ ਉਹ ਪਰਮਾਤਮਾ ਤੱਕ ਪਹੁੰਚ ਕਰਦਾ ਹੁੰਦਾ ਸੀ ਆਪਣੀ, ਕਿ ਪਰਮਾਤਮਾ ਦੇ ਚਲੋ ਦੁਨੀਆ ਦੇ ਵਿੱਚ ਵੱਖੋ ਵੱਖਰੇ ਧਰਮ ਨੇ, ਆਪੋ ਆਪਣੇ ਧਰਮਾਂ ਦੇ ਮੁਤਾਬਕ ਸੀ ਜਿਹੜਾ ਉਹ ਪਰਮਾਤਮਾ ਤੱਕ ਪਹੁੰਚ ਕਰੀ ਜਾਂਦੀ ਸੀ। ਕੋਈ ਅਰਦਾਸ ਬੇਨਤੀ ਕਰਦਾ, ਕੋਈ ਮੰਦਰਾਂ ਦੇ ਵਿੱਚ ਜਾ ਕੇ ਭੇਟਾ ਚੜਾਉਂਦਾ, ਆਪੋ ਆਪਣੇ ਧਰਮਾਂ ਦੇ ਮਰਿਆਦਾ ਅਨੁਸਾਰ ਸਾਰੇ ਸੀ ਜਿਹੜੇ ਉਹ ਪਹਿਲਾਂ ਪਰਮਾਤਮਾ ਤੱਕ ਪਹੁੰਚ ਕਰਦੇ ਹੁੰਦੇ ਸੀ। ਜਦੋਂ ਕੋਈ ਵੀ ਸਰੀਰ ਨੂੰ ਤਕਲੀਫ ਹੋਣੀ, ਕੋਈ ਵੀ ਦੁੱਖ ਹੋਣਾ, ਤੇ ਉਹਨਾਂ ਨੇ ਪਹਿਲਾਂ ਪਰਮਾਤਮਾ ਤੱਕ ਪਹੁੰਚਣਾ ਹੁੰਦਾ ਸੀ। ਇਹ ਹਰ ਇੱਕ ਮਨੁੱਖ ਦੀ ਸੀ ਜਿਹੜੀ ਇਹ ਮਰਿਆਦਾ ਬਣਾਈ ਹੋਈ ਸੀ ਪੁਰਾਣੇ ਸਮਿਆਂ ਦੇ ਵਿੱਚ। ਸੰਤਾਂ ਮਹਾਤਮਾ ਫਕੀਰਾਂ ਦੇ ਅਸਥਾਨਾਂ 'ਤੇ ਦੁਨੀਆ ਜਾਂਦੀ ਅਤੇ ਉਹਨਾਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੇਟਾਂ ਚੜ੍ਹਾ ਕੇ ਅਤੇ ਆਸ਼ੀਰਵਾਦ ਪ੍ਰਾਪਤ ਸੀ ਜਿਹੜੇ ਉਹ ਕੀਤੇ ਜਾਂਦੇ ਸੀ। ਹਜੇ ਵੀ ਪੰਜਾਬ ਦੀ ਇਸ ਧਰਤੀ 'ਤੇ ਬਹੁਤੇ ਨਗਰ ਖੇੜੇ ਇਹੋ ਜਿਹੇ ਨੇ ਜਿਨ੍ਹਾਂ ਨਗਰਾਂ ਦੇ ਵਿੱਚ ਜੇ ਕੋਈ ਵੀ ਦੁੱਖ ਆਵੇ ਤਾਂ ਸਭ ਤੋਂ ਪਹਿਲਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਅਰਦਾਸ ਕਰਕੇ ਕਿ ਐ ਪਰਮਾਤਮਾ ਆਪ ਜੀ ਕਿਰਪਾ ਕਰੋ, ਮੇਰਾ ਇਹ ਦੁੱਖ ਕੱਟਿਓ। ਅਰਦਾਸ ਬੇਨਤੀ ਕਰਨ ਵਾਸਤੇ ਆਏ ਹਾਂ ਤੁਹਾਡੇ ਚਰਨਾਂ ਦੇ ਵਿੱਚ। ਅਰਦਾਸ ਕਰਨ ਤੋਂ ਬਾਅਦ ਫਿਰ ਦਵਾਈ ਲੈਂਦੇ ਨੇ, ਉਹ ਇੱਕ ਜ਼ਰੀਆ ਬਣ ਜਾਂਦਾ। ਪਰਮਾਤਮਾ ਦਵਾਈ ਨੂੰ ਇੱਕ ਜ਼ਰੀਆ ਬਣਾਇਓ, ਰੋਗ ਤੁਸੀਂ ਕੱਟਣਾ ਹੈ, ਦਵਾਈ ਅਸੀਂ ਲਵਾਂਗੇ, ਪਰ ਜ਼ਰੀਆ ਦਵਾਈ ਨੂੰ ਬਣਾ ਕੇ ਸਾਡਾ ਤੁਸੀਂ ਰੋਗ ਕੱਟ ਦਿਓ। ਐਸੀ ਅਰਦਾਸ ਬੇਨਤੀ ਬਹੁਤੇ ਗੁਰਸਿੱਖ ਪਿਆਰੇ ਹਜੇ ਤੱਕ ਵੀ ਅਰਦਾਸਾਂ ਬੇਨਤੀਆਂ ਇਹ ਕਰਦੇ ਨੇ। ਲੁਕਮਾਨ ਹਕੀਮ ਇਹਨੇ ਵਰ ਪ੍ਰਾਪਤ ਕਰ ਲਿਆ ਅੱਲਾਹ ਤਾਲਾ ਤੋਂ, ਅਤੇ ਬਾਦਸ਼ਾਹ ਦਾ ਪੁੱਤਰ ਸੀ ਜਿਹੜਾ ਉਹ ਹੋ ਗਿਆ ਬਿਮਾਰ। ਲੁਕਮਾਨ ਹਕੀਮ ਉਹਨਾਂ ਸਮਿਆਂ ਦੇ ਵਿੱਚ ਮੰਨਿਆ ਪਰਮੰਨਿਆ ਹਕੀਮ ਸੀਗਾ।
क्योंकि दुनिया नूं पता लग गया सी कि इहने जदों दवाई दे दित्ती फिर किसी शरीर की जिहड़ी है वो मृत्यु नहीं होऊगा। तो सारी दुनिया हुण लुकमान हकीम अन्नी भाईदी सी कि कोई मृत्यु नहीं हुंदा इहदी दवाई दित्ती तो बीमारी के कारण करके। तो मौत किसी ना किसी कारण करके मनुख नूं आउंदी है, उहदा कोई ना कोई तो कारण जरूर छुपिया हुंदा है। और मौत का जिहड़ा कारण है वो भी मनुखता की जिंदगी दे विच ही छुपिया होया है, शरीर दे विच ही छुपिया होया है, शरीर दे विच ही इहदे विच ही छुपिया होया है। लुकमान हकीम मशहूर सीगा ते बादशाह कहंदे लियाओ लुकमान हकीम नूं। हुण लुकमान हकीम गया अपनी दवाई लेके। जदों उन्हें लुकमान हकीम ने दवाई देती ते आप वो महिला दे ताहां उपर चढ़ के बैठ गया। उहदा जिहड़ा रहायश सी, क्योंकि उन्हां समियां दे विच जिहड़े संत महात्मा हुंदे सी, वैद हुंदे सी, हकीम, इन्हां दा दुनिया बड़ा सत्कार करदी हुंदी सी। वखरी इन्हां दा रहायश हुंदी सी ते वखरी इन्हां दा घर दे विच खाना पीना हुंदा सी। संत महात्मा घर दे विच जांदे, भावें कोई जिन्ना मर्जी भुखा हुंदा उन्ना टाइम कोई भोजन नहीं छकदा सी जिन्ना चिर महात्मा नूं ना छकाया जांदा। वैदां दियां, पंडितां दियां, रब दे घर दियां गल्लां सुणाउण वालियां दियां, संतां महात्मा दा उन्हां समियां दे विच दुनिया इंज कदर करदी हुंदी सी, उन्हां दा सत्कार करदी हुंदी सी। इस वैद लुकमान हकीम वैद दा सी जिहड़ा वो बादशाह ने कोठे ते आसन लाता उपर, ते नाल उहदे 4-5 बंदे भी खड़ा दिते उहदी सेवा वास्ते कि जो भी इहनूं चाहीदा होवे वो तुसीं लिया के दे देना इहनूं तुरत। वैदां दी उन्हां टाइमां दे विच बड़ी कदर हुंदी सी। और इन्नी कदर हुंदी सी कि लोग सी जिहड़े ये अपना दुख तड़ाउण दे मारे वैदां हकीमां दे कोल जाके उन्हां दे चरनी डिगदे हुंदे सी। इसे वास्ते साडे गुरु दे घर दे विच गुरु अंगद देव साहिब महाराज ने कीरतपुर साहिब एक बहुत वड्डा दवाखाना तैयार किया होया सी, ते उहदे विच दुनिया भर दियां जड़ियां बूटियां दे नाल कीतियां होईयां तैयार दवाइयां मिलदियां हुंदियां सी। उन्हां समियां दे विच कोई भी जड़ी बूटी हुंदी सी जिहड़ी वो कीरतपुर साहिब मिलदी हुंदी सी। महाराज ने ये लंबी जमीन दे विच सी जिहड़ा लंबे लंबे बड़े बड़े बाग लाए हुए सन, सब जड़ियां बूटियां उत्थों मिलदियां हुंदियां सन, ताकि जिहड़े सरीरक दुख ने इन्हां नूं भी तोड़िया जावे गुरु दे घर दे विच। ते गुरु साहिब जी महाराज किरपा करन, वैदां हकीमां दा लोक बड़े सत्कार करते सन। उपर कोठे ते मंजा डाहता, 4-5 उहदे नाल बाडीगार्ड खड़ाते, ते थल्लियों ज्यों वो पैण लग्या ते थल्लियों रोण दीयां आवाज़ां शुरू हो गईयां। उहने देखिया, कहंदे कोई रोंदे क्यों नहीं? कहंदे वैद जी जिन्हों तुसीं बच्चे नूं दवाई दित्ती सी वो बच्चा चढ़ाई कर गया, मृत्यु हो गया। लुकमान हकीम कहंदा मैं हुण दुनिया नूं मूँह की दिखाऊंगा कि मेरी दिते हुए दवाई दे कारण, दवाई देण दे बावजूद भी बच्चा मर गया। मैं हुण किहड़ा मूँह दिखाऊंगा दुनिया नूं? की दसांगा मैं दुनिया नूं कि मैं दवाई दित्ती सी ते दवाई देण दे बावजूद भी बच्चा मर गया? मैं ते मन्निया पर मन्निया। लुकमान हकीम कोठे ते खड़ के ते छाल मार के मरन लग्या सी। कहंदा मैं हुण किसे नूं मूँह की दिखाऊंगा। इन्नी क गल पिछे दुनिया लखां अपराध करदी है, सारे दुनिया भर दे माड़े काम करते हैं, दुनिया भर दे माड़े काम।
बड़ा मंदा बोलते ने, बड़े घर उजाड़ दिते, फिर भी दुनिया दे विच विचरनगे उच्चियां धौना कर करके। पता नहीं किहड़े हिसाब दे नाल अपना मुखड़ा दुनिया नूं दिखाउंदे ने, फिर भी उच्चियां धौना कर करके फिर भी दूजियां दे विच ही कसूर कढ़दे ने, हजे भी उच्चियां धौना ने। लुकमान हकीम कोठे तो छाल मार के मरन लग्या सी, इन्नी गल पिछे कि मैं लोगों को मूँह की दिखाऊंगा भी तेरी दवाई दे नाल भी बच्चा मर गया। आकाशबाणी हुई, लुकमान हकीम की करदा है? कहंदे मरन लगे। क्यों? कहंदे ऐ मेरे खुदा तुसी मैनू कहा सी कि जिन्हों तो दवाई देती वो मरेगा नहीं, ते तुसी वो मेरे नाल कीता होया बचन सी जिहड़ा वापस ले लिया। मैं दवाई दी, बच्चा चढ़ाई कर गया। लुकमान हकीम नूं आकाशबाणी दे विच खुदा कहन लगे, लुकमान हकीम साडियां जिहड़ियां बाहां ने ना वो बहुत लंबियां बाहां ने, वो निक्कियां मोटियां थोड़े ने। वो साडी जिहड़ी शक्ति है वो तेरी अकल दे विच नहीं आउण वाली। ये बड़े बड़े पहाड़ तकड़ी दे विच नहीं तोले जाते कदे, ते तेरी बुद्धि दे विच परमात्मा सारा ज्ञान पा दूगा। सारा ज्ञान तो परमात्मा दा सांभेगा किवें? जिन्नी क तेरी बुद्धि है तैनूं दे दिता सी। लुकमान हकीम कहन लग्या महाराज तुसीं वापस ले लिया अपना वचन। कहंदे असीं वापस नहीं लेता, साडियां लंबियां बाहां ने। लुकमान हकीम जिहड़ी तो दवाई दिती सी ना, वो दवाई उस बच्चे दे कोल जाके देख ला, वो बच्चे दे मूँह दे विच पई है, अंदर उहदे दवाई गई नहीं, पहले ही चढ़ाई कर गया। लुकमान हकीम ने जाके देखिया बच्चे दा मूँह, ते सचमुच सी जिहड़े वो बच्चे दे दवाई हजे मूँह दे विच पई सी, अंदर नहीं गई सी। फिर मनना पिया लुकमान हकीम नूं। कहंदा ऐ मेरे खुदा अल्लाह ताला जेड़ा इस दुनिया दे विच आ गया, जाना सबना ने है, पर मेरी दवाई दे कारण करके रोग जिहड़ा है वो कट्टिया जाता है। लुकमान हकीम परमात्मा तेरी बुद्धि दे विच आउण वाला नहीं है, तेरी बुद्धि परमात्मा दा नाप तोल नहीं कर सकती। परमात्मा खुदा अल्लाह ताला बहुत बड़ा है। तेरी दवाई अंदर जाती तो बचदा, ये तो पहले ही चढ़ाई कर गया, तेरी दवाई तो हजे दे मुख दे विच पई है। उत्थे लुकमान हकीम नूं सी जिहड़ी अपनी अकल सी जिहड़ी वो खुदा दे अल्ले रखनी पै गई सी। है मेरे खुदा अल्लाह ताला जिहड़ी मैं अपनी अकल करके दुनिया दी भला करदा हुंदा सी, दुनिया नूं दवाई दिंदा हुंदा सी, नेकां तरह दे यतन करदा हुंदा सी, अज मैं अकल आप जी दे अगे रखदा। मैं अकल करके वड्डा हो चलिया सी कि मेरे कोल अकल है तो सब कुछ है, पर अज पता लग्या कि मेरे कोल ते अकल भी अधूरी है। अकल ते प्रेम डेढ़ अकल संसार दे विच मन्नी गई है। अकल दा ते प्रेम दा आपस विच कोई संबंध नहीं है। जिन्हां कोल अकल हैगी है कदे प्रेम नहीं आऊगा उन्हां दे कोले, ते प्रेम तो बिना परमात्मा पाया नहीं जाता। जिन्हां दे कोल प्रेम है वो फिर सब कुछ परमात्मा नूं ही अपना अर्पण कर देंदे ने कि परमात्मा मेरा मुझ में किश नहीं, जो किश है सो तेरा, तेरा तुझको सौंपते क्या लागै मेरा। गुरबाणी सतगुरु महाराज जी की इन बिन सच बोलती है। अकाल पुरख महाराज जी कृपा करते ने। गुरु साहिब जी महाराज के बचन संसार दे विच एक जाने नूं एक मिलदा है ते दो बनते हैं। निरंकार दे घर दे विच एक जाना परमात्मा दे विच लीन होके दो नहीं बनते, एक दे विच लीन होके एक बन जाता है। तो जदों वो बन जाता है एक परमात्मा दे विच लीन हो जाता है, फिर वो छोटा नहीं हुंदा, हमेशा वास्ते बड़ा हो जाता है। गिलास पानी का समुंदर दे विच पाइए तो वह छोटा नहीं हुंदा, समुंदर का रूप होके उस गिलास पानी का नाम भी जिहड़ा है समुंदर सागर ही पै जाता है। गुरु साहिब जी महाराज अकाल पुरख कृपा करते हैं। मनुखता की
ਹਰ ਇੱਕ ਦਾ ਯਤਨ ਹੈ ਕਿ ਕਿਵੇਂ ਨਾ ਕਿਵੇਂ ਪਰਮਾਤਮਾ ਦੇ ਵਿੱਚ ਲੀਨ ਹੋਇਆ ਜਾਵੇ। ਤੋ ਪਰਮਾਤਮਾ ਦੇ ਵਿੱਚ ਲੀਨ ਹੋਣ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਮਨੁੱਖਤਾ ਵਾਸਤੇ, ਗੁਰਸਿੱਖ ਵਾਸਤੇ ਰਸਤਾ ਤਿਆਰ ਕੀਤਾ ਹੈ। ਉਹ ਰਸਤਾ ਅਕਾਲ ਪੁਰਖ ਮਹਾਰਾਜ ਜੀ ਨਿਤਾ ਪ੍ਰਤੀ ਕਰਮ ਅਨੁਸਾਰ ਸਾਨੂੰ ਬਖਸ਼ਿਸ਼ ਕਰਦੇ ਨੇ। ਉੱਦਮ ਉਪਰਾਲਾ ਮਨੁੱਖ ਦਾ ਹੈ। ਅਕਾਲ ਪੁਰਖ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਰਹਿਮਤ ਬਖਸ਼ਿਸ਼ ਆਨੰਦ ਦੇ ਵਿੱਚ ਕਦੇ ਇਹ ਚੀਜ਼ਾਂ ਮਨੁੱਖ ਨੂੰ ਕਦੇ ਨਾ ਕਦੇ ਪ੍ਰਾਪਤ ਹੋ ਜਾਣੀਆਂ ਹਨ। ਆਓ ਆਪਣਾ ਸਮਾਪਤੀ ਦਾ ਸਮਾਂ, ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਧੰਨਵਾਦ, ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।